देश दुनिया की हर वड्डी खबर ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦੇਸ਼ ਭਰ ਦੀਆਂ 500 ਤੋਂ ਵੱਧ ਕਿਸਾਨ ਜਥੇਬੰਦੀਆਂ 26-27 ਤਰੀਕ ਨੂੰ 26-27 ਨਵੰਬਰ ਨੂੰ ਦਿੱਲੀ ਘੇਰਨ ਜਾ ਰਹੀਆਂ ਔਰ ਜਿਨ੍ਹਾਂ ਦਾ ਸਮਰਥਨ ਬੀਜੇਪੀ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਜਿਸ ਵਿੱਚ ਅਕਾਲੀ ਦਲ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਡੈਮੋਕ੍ਰੇਟਿਡ ਹੋਰ ਜਿੰਨੀਆਂ ਛੋਟੀਆਂ ਵੱਡੀਆਂ ਜਿੰਨੀਆਂ ਪਾਰਟੀਆਂ ਹੈਗੀਆਂ ਸਾਰਿਆਂ ਨੇ ਆਪਣਾ ਸਮਰਥਨ ਦਿੱਤਾ ਹੋਇਆ, ਜਿਸ 'ਚ ਕਾਂਗਰਸ ਵੀ ਸ਼ਾਮਿਲ ਹੈ। ਸਿਰਫ ਬੀਜੇਪੀ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਨੇ ਆਪਣਾ ਸਮਰਥਨ ਦਿੱਤਾ। ਇੰਨਾ ਹੀ ਨਹੀਂ, ਜਿਹੜੇ ਪੰਜਾਬ ਦੇ ਕਲਾਕਾਰ ਹੈ, ਚਾਹੇ ਉਹ ਸਿੰਗਰ ਹੈ ਚਾਹੇ ਉਹ ਐਕਟਰ ਹੈ, ਉਹਨਾਂ ਨੇ ਵੀ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਦਿੱਤਾ। ਸਾਡੇ ਨਾਲ ਬੀਜੇਪੀ ਦੇ ਸੀਨੀਅਰ ਲੀਡਰ ਹੈ ਮਦਨ ਮੋਹਨ ਮਿੱਤਲ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਵੀ ਬੀਜੇਪੀ ਨੂੰ ਛੱਡ ਕੇ ਸਾਰੀ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਨਾਲ ਖੜੀਆਂ ਹੋ ਗਈਆਂ। ਹੁਣ ਉਹਨਾਂ ਦਾ ਕੀ ਕਹਿਣਾ ਹੈ? ਮਿੱਤਲ ਸਾਹਿਬ, ਤੁਹਾਡਾ ਕੀ ਕਹਿਣਾ ਹੈ? ਸਾਰੀਆਂ ਰਾਜਨੀਤਿਕ ਪਾਰਟੀਆਂ ਕਿਸਾਨਾਂ ਦੇ ਨਾਲ ਆ ਕੇ ਖੜੀਆਂ ਹੋ ਗਈਆਂ। ਇੰਨੇ ਹੀ ਨਹੀਂ, ਜਿੰਨੇ ਕਲਾਕਾਰ ਹੈ ਪੰਜਾਬ ਦੇ ਉਹ ਵੀ ਕਿਸਾਨਾਂ ਦੇ ਨਾਲ ਖੜੇ ਨੇ ਔਰ ਕਿਸਾਨਾਂ ਨੇ ਕਿਹਾ ਵੀ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਨਹੀਂ ਹੋਏਗਾ। 26-27 ਤਰੀਕ ਨੂੰ ਉਹ ਦਿੱਲੀ ਘੇਰਨ ਲਾਜ਼ਮੀ ਜਾਣਗੇ ਔਰ ਜਦ ਉਹਨਾਂ ਨੂੰ ਦਿੱਲੀ ਐਂਟਰ ਨਹੀਂ ਕਰਨ ਦਿੱਤਾ ਗਿਆ ਤਾਂ ਉਹ ਸਾਰੇ ਜਿੰਨੇ ਹਾਈਵੇ ਹੈ ਦਿੱਲੀ ਦੇ ਆਸ-ਪਾਸ ਉਹ ਸਾਰੇ ਉਹ ਜਾਮ ਕਰਨਗੇ। ਬੜੀ ਦੁੱਖ ਦੀ ਗੱਲ ਹੈ ਕਿ ਇੰਨੀ ਲੰਬੀ ਗੱਲਬਾਤ ਪੰਜਾਬ ਦੇ ਕਿਸਾਨਾਂ ਦੀ ਜਿਹੜੇ ਮੁਖੀ ਸੀਗੇ ਉਹ ਗਏ 7 ਘੰਟੇ ਗੱਲਬਾਤ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਹੋਈ ਔਰ ਬੜੇ ਅੱਛੇ ਮਾਹੌਲ 'ਚ ਗੱਲਬਾਤ ਹੋਈ ਔਰ ਉਸ ਗੱਲਬਾਤ 'ਤੇ ਕਿਸਾਨ ਵੀ ਪ੍ਰਭਾਵਿਤ ਹੋ ਕੇ ਆਏ। ਜਿਹੜਿਆਂ ਦੇ ਸਪੋਰਟ ਦੇ ਉਹਨਾਂ ਨੇ ਵੀ ਕਿਹਾ ਵੀ ਸਾਡੀ ਪਹਿਲੀ ਵਾਰ ਮੀਟਿੰਗ ਹੋਈ ਔਰ ਪਹਿਲੀ ਮੀਟਿੰਗ 'ਚ ਹੀ ਇੰਨੇ ਲੰਬੇ ਅਰਸੇ ਤੱਕ ਚਰਚਾ ਹੋਣ ਤੋਂ ਬਾਅਦ ਦੇ ਆਰ ਆਲ ਫੀਲਿੰਗ ਸੈਟਿਸਫਾਈਡ ਔਰ ਸਭ ਨੂੰ ਇਹ ਉਮੀਦ ਜਾਗੀ ਤੀ ਵੀ ਹੁਣ ਅਗਲੀ 2-3 ਮੀਟਿੰਗਾਂ ਦੇ ਵਿੱਚ ਇਹ ਮਸਲਾ ਸਾਡਾ ਹੱਲ ਹੋ ਜਾਏਗਾ। ਜਿਹੜਾ ਪਹਿਲੇ ਇਹ ਛੋੜਤਾ ਸਾਡੀ ਗੱਲ ਨਹੀਂ ਸੁਣਦੇ ਉਹ ਜਿਹੜੀ ਗੱਲ ਸੀ ਉਹਨਾਂ ਦੇ ਮਨ 'ਚੋਂ ਉਹ ਸ਼ੱਕ, ਉਹਨਾਂ ਦੇ ਮਨ ਦੀਆਂ ਜੋ ਭਾਵਨਾਵਾਂ, ਜੋ ਉਹਨਾਂ ਦੇ ਮਨ 'ਚ ਮਨ ਦੇ ਵਿਚਾਰ ਆ ਰਹੇ ਤੇ ਪਤਾ ਨਹੀਂ ਸਰਕਾਰ ਸਾਡੇ ਖਿਲਾਫ ਹੈ, ਉਹ ਸਾਰੇ ਦੂਰ ਹੋਏ। ਉਹਨਾਂ ਨੂੰ ਲੱਗਿਆ ਵੀ ਨਹੀਂ, ਮੋਦੀ ਸਾਹਿਬ ਦੀ ਸਰਕਾਰ ਫਰੈਂਡਲੀ ਸਰਕਾਰ ਹੈ, ਕਿਸਾਨਾਂ ਦੀ ਦੋਸਤ ਹੈ, ਕਿਸਾਨਾਂ ਦੀ ਗੱਲ ਸੁਣਨਾ ਚਾਹੁੰਦੀ ਹੈ, ਕਿਸਾਨਾਂ ਦੀ ਮਦਦ ਕਰਨਾ ਚਾਹੁੰਦੀ ਹੈ। ਔਰ ਉਹ ਬਾਹਰ ਆ ਕੇ ਵੀ ਉਹਨਾਂ ਨੇ ਜੋ ਆਪਣੇ ਰਿਐਕਸ਼ਨ ਦਿੱਤੇ ਉਹ ਵੀ ਐਸੇ ਭਾਵਨਾ ਨਾਲ ਸੀਗੇ। ਬਿਲਕੁਲ ਠੀਕ ਹੈ ਜੀ। ਔਰ ਫਿਰ ਉਹਨਾਂ ਨੇ ਕਿਹਾ ਵੀ ਸਾਡੀ 18 ਤਰੀਕ ਦੀ ਮੀਟਿੰਗ ਹੈ, ਉਹ ਤੁਸੀਂ ਡਿਸਾਈਡ ਕਰਕੇ ਦੱਸਾਂਗੇ, ਕਿਉਂਕਿ ਮੰਤਰੀ ਸਾਹਿਬਾਨ ਨੇ ਤੇ ਉਹਦੇ 'ਚ ਉਹਨਾਂ ਨੂੰ ਕਹਿਤਾ ਵੀ ਤੁਸੀਂ ਆ ਜਾਓ 21 ਤਰੀਕ ਨੂੰ ਆ ਜਾਓ। 21 ਤਰੀਕ ਨੂੰ ਫਿਕਸ ਹੋ ਗਿਆ। 21 ਤਰੀਕ ਫਿਕਸ ਕਰਤੀ ਸੀ। ਉਹਨੇ ਕਿਹਾ ਜੀ ਅਸੀਂ 18 ਦੀ ਮੀਟਿੰਗ ਤੋਂ ਬਾਅਦ ਫੈਸਲਾ ਕਰਾਂਗੇ ਵੀ 21 ਮੀਟਿੰਗ 'ਚ ਆਉਣਾ ਕਿ ਨਹੀਂ ਆਉਣਾ। ਹੁਣ ਉਹਦੇ ਸਾਹਮਣੇ 26 ਔਰ 27 ਦਾ ਘਰਾਓ ਵੀ ਖੜਾ ਤਾ। ਅਸੀਂ ਉਹਨਾਂ ਨੂੰ ਇਹ ਨਹੀਂ ਕਿਹਾ ਵੀ ਕਰੋ ਨਾ ਕਰੋ, ਸਾਡਾ ਉਹਦੇ 'ਤੇ ਕੋਈ ਉਹਨਾਂ ਨਾਲ ਮਤਭੇਦ ਨਹੀਂ ਦਿੱਤਾ, ਪਰ ਸਾਨੂੰ ਉਮੀਦ ਸੀ ਵੀ ਜੇ 21 ਨੂੰ ਮੀਟਿੰਗ ਹੋ ਜਾਂਦੀ ਘਰਾਓ ਦੀ ਨੌਬਤ ਨਹੀਂ ਸੀ ਆਉਣੀ। ਔਰ ਜੋ ਉਹਨਾਂ ਦੇ ਮਸਲੇ 'ਤੇ ਉਹਦੇ 'ਚ ਉਹ ਬਹੁਤ ਜ਼ਿਆਦਾ ਕੋਈ ਸਵਾਲ ਜਵਾਬ ਨਹੀਂ ਕਰ ਸਕੇ। ਬਸ ਉਹਨਾਂ ਦੇ ਜਿੰਨੇ ਖਰਚੇ ਤੇ ਜਿੰਨੇ ਉਹਨਾਂ ਦੇ ਮਨ ਦੇ ਸ਼ੱਕ ਸ਼ੁਬੇ ਤੇ ਉਹ ਸਾਰੇ ਦੂਰ ਹੋ ਗਏ। ਹੁਣ ਕਰਨਾ ਕੀ ਤਾਂ ਉਹ ਰਹਿ ਗਿਆ ਤਾਂ ਮੁੱਦਾ। ਉਹ ਕਰਨ ਵਾਸਤੇ ਇੱਕ ਇਹ ਵੀ ਪ੍ਰਸਤਾਵ ਆਇਆ ਤਾਂ ਵੀ ਕਮੇਟੀ ਬਣਾ ਦਿੰਦੇ ਹਾਂ। ਬਿਲਕੁਲ ਠੀਕ ਹੈ। ਉਹ ਕਮੇਟੀ ਦੇ ਉੱਤੇ ਜਿਹੜੇ ਕਿਸਾਨਾਂ ਦੇ ਸਾਥੀ ਤੇ ਉਹਨਾਂ ਦੇ ਮੈਂਬਰ ਤੋਂ ਨਿਰਣਾ ਨਹੀਂ ਕੋਈ ਲੈ ਸਕੇ। ਸੋ ਅਲਟੀਮੇਟਲੀ ਤਾਂ ਇਹ ਮੁੱਦਾ ਐਸਾ ਹੈ ਜਿਹਦੇ 'ਚ ਕਿ ਲੋਕਾਂ ਨੂੰ ਸੁਣਨ ਵਾਸਤੇ ਇੱਕ ਛੋਟੀ ਕਮੇਟੀ ਬਣੇਗੀ, ਉਹ ਸੁਣਨਗੇ, ਉਹਦੇ ਬਾਅਦ ਉਹ ਛਿੱਟੇ ਕੱਢ ਕੇ ਕੋਈ ਨਾ ਕੋਈ ਰਿਪੋਰਟ ਦੇਣਗੇ, ਉਹਦੇ 'ਤੇ ਨਿਰਣਾ ਹੋਏਗਾ। ਅਲਟੀਮੇਟਲੀ ਉਹ ਨਹੀਂ ਹੋਇਆ। ਇੱਥੇ ਉਹਨਾਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਮਾਲ ਗੱਡੀਆਂ ਚਲਾ ਦਿਓ, ਸਵਾਰੀ ਗੱਡੀਆਂ 'ਤੇ ਮੰਨਦੇ ਨਹੀਂ ਤੇ ਇਸ ਗੱਲ ਦੇ ਉੱਤੇ ਰੇਲ ਮੰਤਰੀ ਨੇ ਕਿਹਾ ਵੀ ਇਹ ਕਿਵੇਂ ਹੋ ਸਕਦਾ ਵੀ ਮਾਲ ਗੱਡੀਆਂ ਚਲਾ ਦਈਏ ਅਤੇ ਸਵਾਰੀ ਗੱਡੀਆਂ ਚੱਲਣ। ਅਲਟੀਮੇਟਲੀ ਇਹਨਾਂ ਨੂੰ ਵੀ ਇਸ ਗੱਲ ਦੀ ਤਸੱਲੀ ਹੋ ਗਈ ਵੀ ਜੇ ਪੈਸੰਜਰ ਟ੍ਰੇਨ ਨਹੀਂ ਚੱਲਣਗੀਆਂ ਇਹਦੇ ਪੰਜਾਬ ਦਾ ਨੁਕਸਾਨ ਹੈ, ਪੰਜਾਬੀਆਂ ਦਾ ਨੁਕਸਾਨ ਹੈ। ਔਰ ਜਿਹੜੇ ਆਰਮੀ ਦੇ ਬੰਦੇ ਛੁੱਟੀ 'ਤੇ ਆਏ ਤੇ ਉਹ ਨਹੀਂ ਅਵੇਲ ਕਰ ਸਕੇ ਛੁੱਟੀ, ਕਾਫੀ ਦੇਰ ਤੋਂ ਵਿਚਾਰੇ ਛੁੱਟੀ ਨਹੀਂ ਅਵੇਲ ਕਰ ਸਕੇ। ਔਰ ਪੰਜਾਬ ਦੇ ਬੜੇ ਲੋਕ ਆਰਮੀ ਦੇ ਵਿੱਚ ਹੈ, ਫੌਜ ਦੇ ਵਿੱਚ ਹੈ। ਸੋ ਆਖਰ ਉਹਨਾਂ ਨੇ ਇਹ ਵੀ ਹਾਫ ਹਾਰਟਡ ਜਿਹਾ ਫੈਸਲਾ ਕਦੇ ਹੋ ਜਾਂਦਾ ਤਾਂ ਕਦੇ ਨਹੀਂ ਹੋ ਜਾਂਦਾ ਤਾਂ, ਕਿਉਂਕਿ ਕੈਪਟਨ ਸਾਹਿਬ ਵੀ ਵਿੱਚ ਰੋੜਾ ਸੀ, ਪਰ ਕੈਪਟਨ ਸਾਹਿਬ ਨੇ ਅਲਟੀਮੇਟਲੀ ਮੀਟਿੰਗ ਕਰਕੇ ਇਸ ਨਤੀਜੇ 'ਤੇ ਪਹੁੰਚ ਗਏ ਕਿ ਵੀ ਉਹ ਮਾਲ ਅਤੇ ਰੇਲ ਗੱਡੀਆਂ
ਮਾਲ ਗੱਡੀਆਂ ਤੇ ਸਵਾਰੀ ਪੈਸੇਂਜਰ ਟ੍ਰੇਨ ਦੋਨੋਂ ਚੱਲਣ ਵਾਸਤੇ ਕਿਸਾਨ ਰਾਜੀ ਹੋ ਗਏ। ਔਰ ਮੈਂ ਇਹਦੇ ਰਿਐਕਸ਼ਨ 'ਚ ਵੀ ਕਿਹਾ ਸੀ ਵੀ ਚਲੋ ਇਹ ਬਹੁਤ ਅੱਛਾ ਫੈਸਲਾ ਹੈ ਕਿ ਉਹਨਾਂ ਨੇ ਇਹ ਸਹਿਮਤੀ ਦੇਤੀ, ਪਰ ਉਹਦੇ 'ਚ ਲਿਖਤਾ ਕਿ 15 ਦਿਨ ਵਾਸਤੇ ਚੱਲੂਗੀ। ਹਾਂ 15 ਦਿਨ ਸਸਪੈਂਡ ਕੀਤਾ। 15 ਦਿਨ ਵਾਸਤੇ ਉਹ ਕਹਿੰਦੇ ਅਸੀਂ ਪਟੜੀਆਂ ਨਹੀਂ ਰੋਕਾਂਗੇ, ਲੇਕਿਨ ਉਹ 15 ਦਿਨ ਵੀ ਲਾਣੇ ਨਹੀਂ ਸੀ ਚਾਹੀਦੇ। ਚਲੋ ਉਹਨਾਂ ਦੀ ਤਸੱਲੀ ਵਾਸਤੇ ਉਹਨਾਂ ਨੇ 15 ਦਿਨ ਲਾ ਲਏ। ਔਰ ਫਿਰ ਉਸ ਤੋਂ ਬਾਅਦ ਕੁਛ ਯੂਨੀਅਨਾਂ ਇਹਨਾਂ ਦੇ ਨਾਲ ਇਸ ਗੱਲ 'ਤੇ ਵੀ ਸਹਿਮਤ ਨਹੀਂ। ਹਾਲੇ ਵੀ 1-2 ਯੂਨੀਅਨਸ ਹੈ ਜਿਹੜੀਆਂ ਕਹਿੰਦੇ ਅਸੀਂ ਤਾਂ ਜੀ ਪਟੜੀਆਂ ਰੋਕਾਂਗੇ ਹੀ ਰੋਕਾਂਗੇ। ਬਿਲਕੁਲ ਠੀਕ ਹੈ। ਪਟੜੀਆਂ ਨੂੰ ਰੋਕਣ ਤੋਂ ਹਟਾਉਣ ਵਾਸਤੇ ਜ਼ਿੰਮੇਵਾਰੀ ਸੂਬੇ ਦੀ ਸਰਕਾਰ ਦੀ ਹੈ, ਕੋਈ ਲਾਅ ਐਂਡ ਆਰਡਰ ਉਹਨਾਂ ਕੋਲ ਹੈ। ਠੀਕ ਹੈ ਜੀ। ਉਹਦੇ 'ਚ ਕੇਂਦਰ ਡਾਇਰੈਕਟ ਕੋਈ ਫੌਜ ਲਿਆਵੇ, ਕੋਈ ਪੁਲਿਸ ਲਿਆਵੇ, CRP ਲਿਆਵੇ, ਉਹ ਕੇਂਦਰ ਨਹੀਂ ਚਾਹੁੰਦਾ ਕਨਫਰੰਟੇਸ਼ਨ, ਕਿਉਂਕਿ ਕਨਫਰੰਟੇਸ਼ਨ ਦੀ ਪਾਲਿਸੀ ਨਾਲ ਕਦੇ ਵੀ ਐਜੀਟੇਸ਼ਨ ਹੱਲ ਨਹੀਂ ਹੁੰਦੇ, ਐਜੀਟੇਸ਼ਨ ਮੁੱਕਦੇ ਨਹੀਂ, ਐਜੀਟੇਸ਼ਨ ਦੇ ਵਿੱਚ ਕਦੇ ਮਸਲਾ ਹੱਲ ਨਹੀਂ ਹੁੰਦਾ। ਮਸਲਾ ਹੱਲ ਉਦੋਂ ਹੀ ਹੋਏਗਾ ਜਦੋਂ ਟੇਬਲ 'ਤੇ ਬੈਠਾਂਗੇ। ਸੋ ਵੀ ਡੋਂਟ ਵਾਂਟ ਕਨਫਰੰਟੇਸ਼ਨ। ਔਰ ਫਿਰ ਆਪਣੇ ਬੰਦੇ ਨਾਲ ਕੀ ਕਨਫਰੰਟੇਸ਼ਨ? ਕਿਸਾਨ ਸਾਡੇ ਬੰਦੇ ਹੈ, ਅਸੀਂ ਕਿਸਾਨਾਂ ਦੇ ਵਾਸਤੇ ਕੰਮ ਕਰਦੇ ਹਾਂ। ਹੁਣ ਜਿਹੜੇ ਕਾਨੂੰਨ ਬਣਾਏ ਆ, ਉਹ ਕਾਨੂੰਨ ਜੇ ਤੁਸੀਂ ਵਿਅਕਤੀਗਤ ਤੌਰ 'ਤੇ ਕਿਸੇ ਕਿਸਾਨ ਨਾਲ ਵੀ ਗੱਲ ਕਰੋ, ਉਹ ਕਹਿੰਦੇ ਇਹ ਤਾਂ ਸਾਡੇ ਹੱਕ ਦੇ ਆ, ਸਾਡੇ 'ਚ ਕੋਈ ਨੁਕਸਾਨ ਨਹੀਂ। ਵਿਅਕਤੀਗਤ ਤੌਰ 'ਤੇ ਮੰਨਦੇ ਆ। ਯੂਨੀਅਨ ਵਾਲਿਆਂ ਨੇ ਆ ਕੇ ਜਿਹੜਾ ਉਹ 'ਚ ਉਲਟਾ ਪਾਠ ਪੜ੍ਹਾ ਕੇ ਉਹਨਾਂ ਨੂੰ ਗੁੰਮਰਾਹ ਕੀਤਾ, ਉਹਦੇ ਕਰਕੇ ਥੋੜ੍ਹੇ ਜਿਹੇ ਉਹਨਾਂ ਦੇ ਮਨ 'ਚ ਖਦਸ਼ੇ ਤੇ। ਹਾਲਾਂਕਿ ਜਿਹੜਾ ਇਹ ਮਾਲਕ ਬਣ ਜੂਗੇ ਜ਼ਮੀਨ ਦੇ, ਇਹ ਸਾਡੇ ਕਾਨੂੰਨ 'ਚ ਨਹੀਂ ਹੈ। ਬਿਲਕੁਲ ਠੀਕ। ਜਿਹੜਾ ਕੰਟਰੈਕਟ ਫਾਰਮਿੰਗ ਦਾ ਕਾਨੂੰਨ ਹੈ, ਇਹ ਜਿਹੜਾ ਕਾਂਗਰਸ ਨੇ ਬਣਾਇਆ ਥਾ, ਜਿਹੜੇ ਕਾਂਗਰਸ ਨੇ ਤਜਵੀਜ਼ਾਂ ਲਿਆਂਦੀਆਂ ਤੀਆਂ, ਜਿਹੜੇ ਉਹਨਾਂ ਦੇ ਮੈਨੀਫੈਸਟੋ 'ਚ ਦਿੱਤੇ ਹੋਏ ਥੇ, ਉਹਨਾਂ ਵਿੱਚ ਇਹ ਮਾਲਕ ਬਣਨ ਵਾਲੀ ਵੀ ਗੱਲ ਵੀ ਸੀ। ਉਹਨਾਂ ਦੇ ਵਿੱਚ ਕਿਸਾਨਾਂ ਦੇ ਹੱਕ ਘੱਟਤੇ। ਈਵਨ ਉਹਦੇ 'ਚ ਮੰਡੀ ਸਿਸਟਮ ਨੂੰ ਖਤਮ ਕਰਨ ਦੀ ਵੀ ਪ੍ਰਸਤਾਵ ਉਹਨਾਂ ਨੇ ਲਿਆਂਦਾ ਸੀ, ਅਸੀਂ ਨਹੀਂ ਲਿਆਂਦਾ। ਸਾਡੀ ਜਿਹੜੇ ਦੋਨੋਂ ਪ੍ਰਸਤਾਵ ਹੈ, ਉਹਨਾਂ 'ਚ ਨਾ ਮੰਡੀ ਸਿਸਟਮ ਖਤਮ ਕਰਨ ਦਾ ਕੋਈ ਕਾਨੂੰਨ ਬਣਾਇਆ। ਜਿਹੜਾ ਮੰਡੀ ਸਿਸਟਮ ਇੱਥੇ ਪੰਜਾਬ 'ਚ ਔਰ ਹਰਿਆਣੇ 'ਚ ਚੱਲਦਾ ਹੈ, ਉਹ ਮਾਰਕੀਟ ਬੋਰਡ ਐਕਟ ਜਿਹੜਾ ਬਣਿਆ ਹੋਇਆ ਹੈ, ਉਹਦੇ ਤਹਿਤ ਕੋਈ ਅਸੀਂ ਉਹਦੇ 'ਤੇ ਰਿਸਟ੍ਰਿਕਸ਼ਨ ਨਹੀਂ ਲਗਾਈ, ਨਾ ਉਹਨੂੰ ਬੰਦ ਕਰਨ ਦਾ ਸਾਡਾ ਮਨਸ਼ਾ ਹੈ। ਇਹਨੇ ਕਿਹਾ ਜੀ ਆੜਤ ਵੀ ਖਤਮ ਹੋ ਜਾਣਗੇ। ਨਾ ਆੜਤ ਖਤਮ ਕਰਨ ਦਾ ਸਿਸਟਮ ਹੈ, ਨਾ ਆੜਤੀ ਖਤਮ ਕਰਨ ਦਾ, ਨਾ ਅਸੀਂ ਕਮਿਸ਼ਨ ਏਜੰਟ ਖਤਮ ਕਰਨ ਦਾ, ਔਰ ਨਾ ਹੀ MSP ਖਤਮ ਕਰਨ ਦਾ। ਉਹ ਜਿਹੜਾ ਅਸੀਂ ਕੰਟਰੈਕਟ ਫਾਰਮਿੰਗ ਦੇ ਜ਼ਰੀਏ ਜਾਂ ਓਪਨ ਮੰਡੀ 'ਚ ਵੇਚਣ ਦਾ ਸਿਸਟਮ ਤਾਂ ਉਹ ਇਸ ਕਰਕੇ ਕੀਤਾ ਸੀ ਵੀ ਜੇ ਬਲਕ ਕਿਸੇ ਨੇ ਪਰਚੇਜ਼ ਕਰਨਾ ਹੈ, ਉਹ ਮੰਡੀ 'ਚੋਂ ਖਰੀਦ ਕਰ ਲਵੇ, ਉਹਨੂੰ ਕੋਈ ਮੰਡੀ ਫੀਸ ਨਹੀਂ ਲੱਗੇਗੀ, ਕੋਈ ਉਹਨੂੰ ਟੈਕਸ ਨਹੀਂ ਲੱਗੇਗਾ। ਔਰ ਉਹ ਜਿਹੜਾ ਪੰਜਾਬ ਦੀ ਮੰਡੀ 'ਚ 10-12% ਟੈਕਸ ਲੱਗਦਾ, ਉਹਦੇ ਨੂੰ ਛੂਟ ਮਿਲੇਗੀ। ਕੰਪੀਟੀਸ਼ਨ ਦੇ ਵਿੱਚੋਂ ਕਿਸਾਨ ਨੂੰ ਥੋੜ੍ਹੇ ਪੈਸੇ ਵੱਧ ਦੇ ਦੇਗਾ, ਕਿਉਂਕਿ ਉਹ ਜੇ ਉਹਨੂੰ 10% 12% ਦੀ ਬੱਚਤ, 14% ਟੈਕਸ ਹੈ ਮੰਡੀ ਦਾ। ਸੋ ਉਹ ਸਾਡਾ ਮਸਲਾ ਤਾਂ ਉਹ ਇਹਨਾਂ ਨੂੰ ਕਲੀਅਰ ਵੀ ਹੋਇਆ। ਔਰ ਇਸੇ ਕਰਕੇ ਜਿਹੜੇ ਬਾਕੀ ਸੂਬੇ ਹੈ, ਉੱਥੇ ਐਜੀਟੇਸ਼ਨ ਕਿਉਂ ਨਹੀਂ ਹੈ? ਉੱਥੇ ਮੰਡੀ ਸਿਸਟਮ ਹੈ ਨਹੀਂ, ਉੱਥੇ ਖੜੀ ਫਸਲ ਵਿਕ ਜਾਂਦੀ ਹੈ, ਔਰ ਉਹ ਖੜੀ ਫਸਲ ਦੇ ਜਿੰਨੇ ਪੈਸੇ ਮਿਲ ਜਾਂਦੇ ਉਹ ਕਿਸਾਨ ਸੈਟਿਸਫਾਈ ਹੋ ਜਾਂਦਾ। ਸੋ ਉੱਥੇ ਇਸ ਤਰੀਕੇ ਨਾਲ ਮੰਡੀ ਨਹੀਂ ਲੱਗਦੀ, ਇਸ ਤਰੀਕੇ ਨਾਲ ਫਸਲ ਨਹੀਂ ਵਿਕਦੀ, ਇਸ ਤਰੀਕੇ ਨਾਲ ਬੋਲੀ ਨਹੀਂ ਹੁੰਦੀ। ਜੇ ਬੋਲੀ ਵੀ ਹੁੰਦੀ ਹੈ, ਉਹ MSP ਤੱਕ ਨਹੀਂ ਪਹੁੰਚਦੀ, ਬੜੀ ਮੁਸ਼ਕਿਲ 'ਤੇ ਕੋਈ ਪਹੁੰਚ ਵੀ ਉਹ ਨਾ ਪਹੁੰਚੇ। ਸੋ ਪੰਜਾਬ ਦੇ ਵਿੱਚ ਅਸੀਂ ਬੜਾ ਪਰਫੈਕਟ ਸਿਸਟਮ ਰੱਖਿਆ ਤਾ। ਜਿਹੜਾ MSP ਵੀ ਆਇਆ ਤਾਂ ਉਹ ਵੀ ਸਾਡੀ ਸਰਕਾਰ ਜਿਹੜੀ 67 'ਚ ਬਣੀ ਤੀ, ਇਹ ਉਦੋਂ ਲਾਗੂ ਹੋਇਆ। ਉਦੋਂ ਕਣਕ 10, 12, 13 ਰੁਪਏ ਮਣ ਵਿਕਦੀ ਤੀ, ਅਤੇ ਫਿਰ ਉਦੋਂ ਪਹਿਲੀ ਵਾਰ ਜਿਹੜਾ MSP ਰੇਟ ਬਣ ਕੇ ਆਇਆ ਤਾਂ 70-75 ਰੁਪਏ ਕੁਇੰਟਲ ਦਾ ਆਇਆ ਸੀ। ਔਰ ਮੈਨੂੰ ਯਾਦ ਹੈ ਕਿ ਕਿਸਾਨ ਬਹੁਤ ਸੈਟਿਸਫਾਈ ਹੋਇਆ। ਉਸ ਤੋਂ ਬਾਅਦ ਕਿਸਾਨ ਨੇ ਬੜੀ ਤਰੱਕੀ ਕੀਤੀ। ਔਰ ਭਾਰਤੀ ਜਨਤਾ ਪਾਰਟੀ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਪੱਖ ਦੀ ਪਾਰਟੀ ਹੈ। ਅਸੀਂ ਹਮੇਸ਼ਾ ਇਹ ਕਿਹਾ ਕਿ ਕਿਸਾਨ, ਕਿਉਂਕਿ ਹਿੰਦੁਸਤਾਨ ਕਿਸਾਨ ਪ੍ਰਧਾਨ ਦੇਸ਼ ਹੈ, ਅਗਰ ਹਿੰਦੁਸਤਾਨ ਦਾ ਕਿਸਾਨ ਖੁਸ਼ਹਾਲ ਹੋਏਗਾ ਤਾਂ ਹਿੰਦੁਸਤਾਨ ਖੁਸ਼ਹਾਲ ਹੋਏਗਾ। ਔਰ ਪੰਜਾਬ ਸੂਬਾ ਤਾਂ ਬਹੁਤ ਜ਼ਿਆਦਾ ਕਿਸਾਨ ਪ੍ਰਧਾਨ ਹੈ, ਹਰਿਆਣਾ ਅਤੇ ਪੰਜਾਬ। ਸੋ ਇੱਥੇ ਵੀ ਅਸੀਂ ਹਮੇਸ਼ਾ ਕਿਸਾਨ ਨੂੰ ਮੁੱਖ ਰੱਖ ਕੇ ਨੀਤੀਆਂ ਬਣਾਉਂਦੇ ਹਾਂ, ਕਿਸਾਨ ਨੂੰ ਮੁੱਖ ਰੱਖ ਕੇ ਮੈਨੀਫੈਸਟੋ ਜਾਰੀ ਕਰਦੇ ਹਾਂ। ਔਰ ਕਿਸਾਨ ਅਗਰ ਖੁਸ਼ਹਾਲ ਹੈ ਤਾਂ ਮੰਡੀ ਖੁਸ਼ਹਾਲ ਹੈ, ਕਿਸਾਨ ਅਗਰ ਖੁਸ਼ਹਾਲ ਹੈ ਤਾਂ ਮਾਰਕੀਟ ਖੁਸ਼ਹਾਲ ਹੈ। ਕਿਸਾਨ ਦੇ ਕੋਲ ਅਗਰ ਪੈਸੇ ਨਹੀਂ ਹੈ ਤਾਂ ਮਾਰਕੀਟ 'ਚ ਪੈਸਾ ਨਹੀਂ ਆਉਂਦਾ। ਇਸ ਲਈ ਵੀ ਅਸੀਂ ਹਮੇਸ਼ਾ ਜੋ ਵੀ ਨੀਤੀ ਬਣਾਉਂਦੇ ਹਾਂ, ਉਹਦੇ ਕਿਸਾਨ ਨੂੰ ਪ੍ਰਧਾਨ ਮੰਨ ਕੇ,
ਕਿਸਾਨੀ ਪ੍ਰਧਾਨ ਮੰਨ ਕੇ ਨੀਤੀ ਬਣਾਈ। ਮਿੱਤਲ ਸਾਹਿਬ, ਮੈਂ ਵਿੱਚ ਟੋਕ ਰਿਹਾ, ਮੈਂ ਤੁਹਾਡੀ ਗੱਲ ਤੋਂ ਬਿਲਕੁਲ ਸਹਿਮਤ ਹਾਂ ਵੀ ਬੀਜੇਪੀ ਕਿਸਾਨ ਨੂੰ ਮੁੱਖ ਰੱਖ ਕੇ ਆਪਣੀਆਂ ਨੀਤੀਆਂ ਬਣਾਉਂਦੀ ਹੈ ਔਰ ਕਿਸਾਨਾਂ ਦੇ ਲਾਭ ਲਈ ਬਣਾਉਂਦੀ ਹੈ, ਪਰ ਅੱਜ ਕਿਸਾਨ ਬੀਜੇਪੀ ਦੇ ਅੰਗੇਜਡ ਕਿਉਂ ਹੈ? ਕਿਉਂ ਅੱਜ ਕਿਸਾਨ ਨੂੰ ਮਜਬੂਰ ਹੋ ਕੇ 26-27 ਤਰੀਕ ਨੂੰ ਦਿੱਲੀ ਘੇਰਨ ਦਾ ਐਲਾਨ ਕਰਨਾ ਪਿਆ? ਕਿਉਂ ਪੋਲੀਟੀਕਲ ਪਾਰਟੀਆਂ ਨੇ ਕਿਸਾਨਾਂ ਨੂੰ ਸਮਰਥਨ ਦਿੱਤਾ? ਕਿਉਂ 500 ਤੋਂ ਵੱਧ ਕਿਸਾਨ ਜਥੇਬੰਦੀਆਂ ਇਹਨਾਂ ਕਾਨੂੰਨਾਂ ਦੇ ਵਿਰੁੱਧ ਨੇ? ਇਹ ਮੈਂ ਪਹਿਲੇ ਸ਼ੁਰੂ ਹੀ ਇੱਥੋਂ ਕੀਤਾ ਸੀ ਵੀ ਇਹ ਬੜਾ ਅਨਫੋਰਚੂਨੇਟ ਹੈ, ਇਹ ਬਦਕਿਸਮਤੀ ਹੈ ਵੀ ਸਾਰਾ ਕੁਝ ਕਿਸਾਨ ਦੇ ਹੱਕ 'ਚ ਹੋ ਕੇ ਵੀ ਕਿਸਾਨ ਗੁੰਮ ਰਿਹਾ ਹੈ। ਜਿਹੜੀਆਂ ਜਥੇਬੰਦੀਆਂ ਜਾਂ ਜਿਹੜੀਆਂ ਪਾਰਟੀਆਂ ਇਹਨਾਂ ਨੂੰ ਸਪੋਰਟ ਕਰਦੀਆਂ ਉਹਨਾਂ ਦਾ ਪੋਲੀਟੀਕਲ ਮੋਟਿਵ ਹੈ। ਇਹ ਕਿਸਾਨ ਐਜੀਟੇਸ਼ਨ ਘੱਟ ਹੋ ਗਿਆ, ਪੋਲੀਟੀਕਲ ਐਜੀਟੇਸ਼ਨ ਜ਼ਿਆਦਾ ਹੋ ਗਿਆ, ਕਿਉਂਕਿ ਹਰੇਕ ਨੂੰ ਪਤਾ ਵੀ ਕਿਸਾਨ ਬੜਾ ਭਾਰੀ ਵੋਟ ਬੈਂਕ ਹੈ। ਹਰੇਕ ਪਾਰਟੀ ਉਸ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੀ ਹੈ। ਔਰ ਮੈਂ ਤੁਹਾਨੂੰ ਇਹ ਗੱਲ ਬੜੇ ਦਾਅਵੇ ਨਾਲ ਕਹਿ ਰਿਹਾ, ਜ਼ੋਰ ਨਾਲ ਕਹਿ ਰਿਹਾ, ਵਿਸ਼ਵਾਸ ਨਾਲ ਕਹਿ ਰਿਹਾ, ਅਲਟੀਮੇਟਲੀ ਪੰਜਾਬ ਦਾ ਕਿਸਾਨ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਕਰੇਗਾ। ਅਗਰ ਅਸੀਂ 2014 ਦੀਆਂ ਲੋਕ ਸਭਾ ਦੀ ਗਿਣਤੀ ਲੈ ਲਓ ਅਤੇ 2019 ਦੀ ਗਿਣਤੀ ਲੈ ਲਓ, ਅਸੀਂ ਅੱਗੇ ਨਾਲ ਵਧੇ ਘਟੇ ਨਹੀਂ ਹੈ। ਉਹ ਇਸ ਕਰਕੇ ਵਧੇ ਹੈ ਕਿ ਕਿਸਾਨ ਪੱਖੀ, ਅਸੀਂ ਕਿਸਾਨ ਪੱਖੀ ਹਾਂ, ਅਸੀਂ ਮਜ਼ਦੂਰ ਪੱਖੀ ਹਾਂ, ਅਸੀਂ ਗਰੀਬ ਪੱਖੀ ਹਾਂ। ਔਰ ਬਾਕੀਆਂ ਨੇ ਤਾਂ ਨਾਅਰੇ ਲਾਏ ਗਰੀਬੀ ਹਟਾਓ ਦੇ, ਅਸੀਂ ਉਹਨਾਂ ਨੇ ਗਰੀਬੀ ਨਹੀਂ ਹਟਾਈ, ਉਹਨਾਂ ਨੇ ਗਰੀਬ ਹਟਾਤੇ, ਗਰੀਬ ਮਾਰਤੇ। ਅਸੀਂ ਗਰੀਬੀ ਹਟਾਉਣ ਦੀ ਗੱਲ ਨਹੀਂ ਕੀਤੀ, ਅਸੀਂ ਗਰੀਬ ਨੂੰ ਸਾਧਨ ਮੁਹੱਈਆ ਕਰਕੇ ਉਹਨੂੰ ਵਸਾਉਣ ਦੀ ਗੱਲ ਕੀਤੀ ਹੈ। ਔਰ ਮੋਦੀ ਸਾਹਿਬ ਨੇ ਜਿੰਨੀਆਂ ਨੀਤੀਆਂ ਬਣਾਈਆਂ, ਹਰ ਗਰੀਬ ਦਾ ਖਾਤਾ ਖੁੱਲ੍ਹ ਗਿਆ। ਹਰ ਗਰੀਬ ਦਾ ਜੋ ਉਹਨੂੰ ਪੈਸੇ ਸਰਕਾਰ ਵੱਲੋਂ ਆਉਣੇ ਆ, ਉਹਨੂੰ ਜਾ ਕੇ ਲਾਈਨ 'ਚ ਨਹੀਂ ਖੜ੍ਹਨਾ ਪੈਂਦਾ, ਸਰਪੰਚ ਨੂੰ ਨਹੀਂ ਲੈਣਾ ਪੈਂਦਾ, ਕੁਝ ਨਹੀਂ ਕਰਨਾ ਪੈਂਦਾ, ਉਹਦੇ ਸਿੱਧਾ ਅਕਾਊਂਟ 'ਚ ਪੈਣ ਲੱਗ ਗਿਆ ਪੈਸਾ। ਔਰ ਫਿਰ ਘਰ ਉਹਨਾਂ ਨੂੰ ਦੇ ਰਹੇ ਬਣਾ ਕੇ, ਗੈਸ ਕਨੈਕਸ਼ਨ ਦੇ ਰਹੇ। ਆ ਦੇਖੋ ਕਿੱਡੇ ਬੜਾ ਉੱਤਰ ਪ੍ਰਦੇਸ਼ ਦੇ ਸੂਬੇ ਦਾ ਕਿੱਡਾ ਬੜਾ ਵਿੰਧਿਆਚਲ ਔਰ ਜਿਹੜਾ ਬੰਦੇਲਖੰਡ, ਇਹ ਦੋ ਕਿੰਨੇ ਇੰਪੋਰਟੈਂਟ ਇਲਾਕੇ ਸੀ ਜਿੱਥੇ ਪੀਣ ਦਾ ਪਾਣੀ ਨਹੀਂ ਤਾ। ਉਹ ਪੀਣ ਦਾ ਪਾਣੀ ਵਾਸਤੇ ਕਿੰਨੇ ਹਜ਼ਾਰਾਂ ਕਰੋੜ ਰੁਪਇਆ ਮੋਦੀ ਸਾਹਿਬ ਨੇ ਖਰਚ ਕੇ ਉਹਨਾਂ ਦੇ ਘਰਾਂ 'ਚ ਟੂਟੀਆਂ ਨਾਲ ਪਾਣੀ ਪਹੁੰਚਾਉਣ ਦਾ ਪ੍ਰਸਤਾਵ ਕਰਤਾ। ਔਰ ਉਹ ਕਿੰਨਾ ਤੇਜ਼ੀ ਨਾਲ ਜਾ ਰਿਹਾ ਕੰਮ, ਉਹਦੇ ਨਾਲ ਬੜੀਆਂ ਬਿਮਾਰੀਆਂ ਘਟ ਗਈਆਂ। ਸੋ ਜੋ ਵੀ ਅਸੀਂ ਕਿਹਾ, ਪਹਿਲੇ ਜੋ ਅਸੀਂ ਸੋਚਿਆ ਉਹ ਬੋਲਿਆ, ਜੋ ਬੋਲਿਆ ਉਹ ਕਰਕੇ ਦਿਖਾਇਆ। ਸੋ ਇਸ ਕਰਕੇ ਕਿਸਾਨ ਨੂੰ ਪਤਾ ਹੈ ਵੀ ਮੋਦੀ ਸਾਹਿਬ ਦੇ ਰਾਜ 'ਚ ਅਸੀਂ ਭੁੱਖੇ ਨਹੀਂ ਰਹਾਂਗੇ। ਕਿਸਾਨ ਨੂੰ ਪਤਾ ਹੈ ਵੀ ਅਲਟੀਮੇਟਲੀ ਅਗਰ ਸਾਨੂੰ ਕੁਝ ਮਿਲਣਾ ਹੈ ਤਾਂ ਮੋਦੀ ਸਾਹਿਬ ਤੋਂ ਮਿਲਣਾ। ਕਿਸੇ ਕਿਸਾਨ ਨੇ ਮੰਗਿਆ ਨਹੀਂ ਸੀ ਵੀ ਸਾਨੂੰ ਪੈਸਾ ਦਿੱਤਾ ਜਾਵੇ। ਮੋਦੀ ਸਾਹਿਬ ਨੇ 6000 ਰੁਪਏ ਸਾਲ ਦਾ ਕਿਸਾਨਾਂ ਦੇ ਖਾਤੇ 'ਚ ਸਿੱਧਾ ਜਾ ਰਿਹਾ। ਔਰ ਲੋਕ ਪਤਾ ਕੀ ਕਹਿੰਦੇ ਉਸ ਨੂੰ, ਉਹ ਕਹਿੰਦੇ ਜੀ ਮੋਦੀ ਵਾਲੇ ਪੈਸੇ ਆ ਗਏ ਜੀ। ਉਹ ਸਰਕਾਰ ਦੇ ਪੈਸੇ ਨਹੀਂ ਕਹਿੰਦੇ, ਆ ਮੋਦੀ ਦੇ ਪੈਸੇ ਆ ਗਏ ਜੀ। 3 ਕਿਸ਼ਤਾਂ 'ਚ 2-2 ਹਜ਼ਾਰ ਰੁਪਇਆ ਉਹਨਾਂ ਨੂੰ ਬੈਂਕ ਵਾਲਾ ਦੱਸਦਾ ਵੀ ਭਾਈ ਤੇਰੇ ਪੈਸੇ ਤੇਰੇ ਅਕਾਊਂਟ 'ਚ ਆ ਗਏ। ਉਹਨੂੰ ਕਿਤੇ ਲਾਈਨ 'ਚ ਨਹੀਂ ਖੜਨਾ ਪੈਂਦਾ, ਕਿਸੇ ਨੂੰ ਵਿੱਚੋਂ ਹਿੱਸਾ ਨਹੀਂ ਦੇਣਾ ਪੈਂਦਾ। ਸੋ ਜਿੰਨੀਆਂ ਸੁਵਿਧਾ ਅਸੀਂ ਦਿੱਤੀਆਂ, ਗਰੀਬ ਨੂੰ ਦਿੱਤੀਆਂ। ਟਾਇਲਟਸ ਕਿੰਨੇ ਬਣਾਤੇ ਤੁਸੀਂ ਦੇਖੋ, ਕਈ ਸਟੇਟ ਬਿਲਕੁਲ ਉੱਤੇ ਟਾਇਲਟ ਦੇ ਮਾਮਲੇ 'ਚ ਕੋਈ ਬਾਹਰ ਉੱਤੇ ਖੇਤੀ ਨਹੀਂ ਜਾਂਦਾ ਟਾਇਲਟ ਕਰਨ ਵਾਸਤੇ। ਸੋ ਇਹ ਜਿਹੜੀਆਂ ਬੇਸਿਕ ਸੁਵਿਧਾ ਸੀ ਜਿਹਦੇ ਨਾਲ ਕਿ ਉਹਨਾਂ ਦਾ ਸਟੇਟਸ ਇੰਪਰੂਵ ਹੋਇਆ, ਉਹ ਮੋਦੀ ਸਾਹਿਬ ਨੇ ਕੀਤਾ। ਮਿੱਤਲ ਸਾਹਿਬ, ਮੈਂ ਤੁਹਾਨੂੰ ਫਿਰ ਵਿੱਚ ਟੋਕ ਰਿਹਾ। ਤੁਹਾਡੀ ਗੱਲ ਇਹ ਹੈ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਜੋ ਕੁਛ ਕੀਤਾ ਉਹ ਮੋਦੀ ਸਰਕਾਰ ਨੇ ਕੀਤਾ। ਦੂਜੇ ਪਾਸੇ ਹਰਿਆਣਾ 'ਚ ਬੀਜੇਪੀ ਗੌਰਮੈਂਟ ਹੈ ਔਰ ਕਿਸਾਨਾਂ ਨੇ 26-27 ਤਰੀਕ ਨੂੰ ਦਿੱਲੀ ਘੇਰਨ ਦਾ ਐਲਾਨ ਕੀਤਾ ਹੋਇਆ। ਉਸ ਨੂੰ ਰੋਕਣ ਲਈ ਵੀ ਪੰਜਾਬ ਦਾ ਕਿਸਾਨ ਦਿੱਲੀ ਨਾ ਪਹੁੰਚੇ, ਹਰਿਆਣਾ ਦਾ ਬਾਰਡਰ ਇੱਕ ਤਰ੍ਹਾਂ ਦਾ ਸੀਲ ਕੀਤਾ ਜਾ ਰਿਹਾ। ਹਰਿਆਣਾ ਦੇ ਕਿਸਾਨਾਂ ਨੇ ਅੱਜ ਇੱਕ ਪ੍ਰੈਸ ਨੋਟ ਜਾਰੀ ਕਰਕੇ ਬਕਾਇਦਾ ਇਹ ਕਿਹਾ ਵੀ ਸਾਨੂੰ ਰਾਤ ਨੂੰ, ਜਿਹੜੇ ਨੇਤਾ ਹੈਗੇ ਆ, ਕਿਸਾਨ ਨੇਤਾ ਹੈਗੇ ਆ, ਵੀ ਸਾਨੂੰ ਰਾਤ ਨੂੰ ਕਿਸੇ ਵੀ ਸਮੇਂ ਚੱਕਿਆ ਜਾ ਸਕਦਾ, ਪੁਲਿਸ ਵੱਲੋਂ ਕਿਸੇ ਅਗਿਆਤ ਸਥਾਨ 'ਤੇ ਲਿਜਾ ਕੇ ਬੰਦ ਕੀਤਾ ਜਾ ਸਕਦਾ। ਔਰ ਇਹ ਉਹਨਾਂ ਨੇ ਮੀਡੀਆ ਨੂੰ ਰਿਲੀਜ਼ 'ਚ ਕਿਹਾ। ਇਸ ਤਰ੍ਹਾਂ ਕਿ ਅੱਜ ਤੱਕ ਹਰਿਆਣੇ ਦੇ ਵਿੱਚ ਜਿਹੜਾ ਚੀਫ ਮਿਨਿਸਟਰ ਬਣਦਾ ਰਿਹਾ ਨਾ, ਉਹ ਜਾਟ ਕਮਿਊਨਿਟੀ 'ਚੋਂ ਬਣਦਾ ਰਿਹਾ। ਬਿਲਕੁਲ ਠੀਕ ਹੈ ਜੀ। 1967 ਜਿਹੜੀ ਸਰਕਾਰ ਬਣੀ ਤੇ ਉਹਦੇ 'ਚ ਪਹਿਲੀ ਵਾਰ ਭਗਵਤ ਦਿਆਲ ਸ਼ਰਮਾ ਮੁੱਖ ਮੰਤਰੀ ਬਣਿਆ ਸੀ।
ਜੀ ਉਹਨਾਂ ਨੇ ਕਿਹਾ ਵੀ ਜਾਟਾਂ ਦਾ ਸੂਬਾ ਤੇ ਪੰਡਤ ਕਿਵੇਂ ਬਣ ਗਿਆ, ਤੋੜ ਫੋੜ ਕਰਕੇ ਅਲਟੀਮੇਟਲੀ ਉਹਨੂੰ ਹਟਾ ਕੇ ਰਾਓ ਵਰਿੰਦਰ ਸਿੰਘ ਨੂੰ ਚੀਫ ਮਿਨਿਸਟਰ ਬਣਾਤਾ। ਠੀਕ ਹੈ ਜੀ। ਰਾਓ ਵਰਿੰਦਰ ਸਿੰਘ ਵੀ ਕਾਂਗਰਸ 'ਚ ਜਾ ਰਿਹਾ। ਫਿਰ ਉਹ ਉੱਥੇ ਬੰਸੀ ਲਾਲ ਆ ਗਿਆ, ਕਦੇ ਭਜਨ ਲਾਲ ਆ ਗਿਆ, ਕਦੇ ਕੋਈ ਆ ਗਿਆ। ਥੋੜੀ ਦੇਰ ਵਾਸਤੇ ਬਨਾਰਸੀ ਦਾ ਗੁਪਤਾ ਆਇਆ ਤਾਂ ਉਹ ਵੀ ਨਹੀਂ ਚੱਲ ਪਾਇਆ। ਸੋ ਇਹ ਉਹਨਾਂ ਦੀ ਹਾਰਟ ਬਰਨਿੰਗ ਹੈ ਕਿ ਵੀ ਇਹ ਮਨੋਹਰ ਲਾਲ ਖੱਟੜ ਕਿੱਥੋਂ ਆ ਗਿਆ, ਔਰ ਮਨੋਹਰ ਲਾਲ ਖੱਟੜ ਨॉन ਜਾਟ ਚੀਫ ਮਿਨਿਸਟਰ ਸੈਕੰਡ ਟਰਮ ਚਲਾ ਰਿਹਾ, ਔਰ ਉਹਨੇ ਅੱਛੇ ਪ੍ਰਸ਼ਾਸਨ ਦਿੱਤਾ, ਗਰੀਬ ਆਦਮੀ ਨੂੰ ਸਹੂਲਤਾਂ ਦਿੱਤੀਆਂ, ਕਿਉਂਕਿ ਖੁਦ ਉਹ ਬਹੁਤ ਗਰੀਬ ਆਦਮੀ ਹੈ ਜਿਹਦਾ ਕੋਈ ਪਰਸਨਲ ਇੰਟਰਸਟ ਨਹੀਂ ਹੈ। ਸੋ ਇਸ ਕਰਕੇ ਜਿਹੜੇ ਕਿਸਾਨ ਲੀਡਰ ਜਾਂ ਜਾਟ ਲੀਡਰ, ਚਾਹੇ ਉਹ ਹੁੱਡਾ ਸਾਹਿਬ ਹੈ ਚਾਹੇ ਕੋਈ ਹੈ, ਉਹ ਸਾਰੇ ਇਸ ਕਰਕੇ ਰੌਲਾ ਪਾ ਰਹੇ ਹੈ ਕਿਉਂਕਿ ਇਹਦੇ ਵਿੱਚ ਰਾਜਨੀਤੀ ਹੈ। ਉਹਨਾਂ ਨੂੰ ਲੱਗਦਾ ਵੀ ਜੇ ਇਕੱਠੇ ਅਸੀਂ ਨਹੀਂ ਹੋਵਾਂਗੇ ਤਾਂ ਸਾਨੂੰ ਤਾਂ ਰਾਜ ਮਿਲਣਾ ਹੀ ਨਹੀਂ ਹੈ। ਉਹ ਕੋਈ ਕਿਸਾਨਾਂ ਵਾਸਤੇ ਨਹੀਂ ਲੜ ਰਿਹਾ, ਉਹ ਆਪਣੀ ਕੁਰਸੀ ਵਾਸਤੇ ਲੜ ਰਿਹਾ। ਸੋ ਚੀਫ ਮਿਨਿਸਟਰ ਜਾਂ 2 ਟਰਮਾਂ ਇੰਜੋਏ ਕਰ ਗਿਆ ਹੁੱਡਾ ਸਾਹਿਬ। ਕਿਆ ਕੀਤਾ ਉਹਨੇ ਕਿਸਾਨਾਂ ਵਾਸਤੇ? ਕੁਛ ਨਹੀਂ ਕੀਤਾ। ਹਾਂ, ਕਿਸਾਨਾਂ ਦਾ ਹਿੱਤ ਸੋਚਦੇ ਸੀ 2 ਆਦਮੀ। ਚੌਧਰੀ ਦੇਵੀ ਲਾਲ ਕਿਸਾਨਾਂ ਦਾ ਲੀਡਰ ਸੀ, ਜਿਹੜਾ ਹਰ ਚਪਾਲ ਤੇ ਜਾ ਕੇ ਹਰ ਪਿੰਡ ਦੇ ਥੜੇ ਤੇ ਬੈਠ ਕੇ ਉਹਨੇ ਹੁੱਕਾ ਪੀਤਾ। ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਥਾ, ਇਹ ਵੀ ਟਾਹਣੀਆਂ ਤੇ ਜਾ ਕੇ ਬੈਠ ਕੇ ਨੇ ਕਿਸਾਨਾਂ ਦੀ ਗੱਲ ਸੁਣੀ ਹੈ। ਪਰ ਉਹ ਅਕਾਲੀ ਦਲ ਤਾਂ ਹੀ ਖਤਮ ਹੋ ਗਿਆ। ਬਾਦਲ ਸਾਹਿਬ ਪਿੱਛੇ ਹਟੇ, 3 ਟੁਕੜੇ ਬਣ ਗਏ ਅਕਾਲੀ ਦਲ ਦੇ। ਸੋ ਇਸ ਵਕਤ ਜਿਹੜੇ ਲੋਕ ਕਿਸਾਨਾਂ ਦਾ ਨਾਂ ਲੈ ਕੇ ਲੜ ਰਹੇ ਹੈ, ਉਹ ਸਿਰਫ ਆਪਣੀ ਰਾਜਨੀਤਿਕ ਲੜਾਈ ਲੜ ਰਹੇ ਹੈ। ਤੁਸੀਂ ਦੇਖੋ ਵੀ ਸੁਖਵੀਰ ਦੀ ਪਤਨੀ ਪੜ੍ਹੀ ਲਿਖੀ ਹੈ, ਬੜੀ ਅੱਛੀ ਲੇਡੀ ਹੈ, ਸਾਡੀ ਬੇਟੀ ਹੈ। ਉਹ ਸਾਡੀ ਕੇਂਦਰ ਦੀ ਮੰਤਰੀ ਸੀ, ਔਰ ਉਹ ਮੰਤਰੀ ਪਿੱਛੇ ਤਾਂ ਉਹਨੇ ਇਸ ਕਰਕੇ ਨਹੀਂ ਛੱਡਿਆ ਵੀ ਉਹਦੀ ਕੋਈ ਸਾਡੇ ਨਾਲ ਮਨ ਸੀ। ਉਹਨੇ ਮੰਤਰੀ ਪਿੱਛੇ ਇਸ ਕਰਕੇ ਛੱਡਿਆ ਵੀ ਉਹਨਾਂ ਦੇ ਪਿੰਡ 'ਚ ਧਰਨਾ ਲੱਗ ਗਿਆ, ਉਹਨਾਂ ਦੇ ਘਰ ਦੇ ਮੂਹਰੇ ਲੱਗ ਗਿਆ। ਉਹਨਾਂ ਨੂੰ ਲੱਗਾ ਵੀ ਸਾਡਾ ਤਾਂ ਅਸਰੇ ਖਤਮ ਹੋ ਗਿਆ। ਨੰਬਰ 1 ਫੈਮਿਲੀ ਹੈ, ਐਡਮਿਟਡਲੀ ਪੰਜਾਬ ਦੀ 1 ਨੰਬਰ ਫੈਮਿਲੀ ਹੈ, ਔਰ ਉੱਥੇ ਧਰਨਾ ਲੱਗ ਜਾਵੇ ਔਰ ਹਫ਼ਤਾ ਭਰ ਉੱਥੇ ਧਰਨਾ ਲੱਗਿਆ ਰਹੇ, ਇੰਨੀ ਬੁਰੀ ਹਾਲਤ ਹੋ ਜਾਵੇ। ਉਹਨਾਂ ਨੂੰ ਲੱਗਿਆ ਵੀ ਅਸੀਂ ਤਾਂ ਕੱਢ ਕੇ ਜਨਤਾ ਤੋਂ, ਔਰ ਇਸ ਬਹਾਨੇ ਸਿਰੋਂ ਬੀਬੀ ਦਾ ਅਸਤੀਫਾ ਦਵਾਇਆ। ਇਹਨਾਂ ਨੂੰ ਲੱਗਿਆ ਵੀ ਅਸੀਂ ਕੁਰਬਾਨੀ ਕਰਕੇ ਲੋਕ ਸਾਡੇ ਨਾਲ ਲੱਗ ਜਾਣਗੇ, ਤਾਂ ਵੀ ਲੋਕ ਲੱਗੇ ਨਹੀਂ। ਉਹਨਾਂ ਨੇ ਅਕਾਲੀ ਦਲ ਦੇ ਕਿਸੇ ਲੀਡਰ ਨੂੰ ਆਪਣੇ ਧਰਨੇ 'ਚ ਨਹੀਂ ਬੈਠਣ ਦਿੱਤਾ, ਬੋਲਣ ਨਹੀਂ ਦਿੱਤਾ। ਹਾਲਾਂਕਿ ਉਹ ਕਿਸਾਨ ਹੈ, ਆਪਣੇ ਨੂੰ ਕਲੇਮ ਕਰਦੇ ਹੋਏ ਅਸੀਂ ਕਿਸਾਨ ਹੈ। ਸੋ ਇਸ ਕਰਕੇ ਇਹ ਜਿਹੜੀਆਂ ਸਾਰੀਆਂ ਪਾਰਟੀਆਂ, ਚਾਹੇ ਪੰਜਾਬ ਹੈ, ਚਾਹੇ ਹਰਿਆਣਾ ਹੈ, ਚਾਹੇ ਕੋਈ ਹੋਰ ਸਟੇਟ ਹੈ, ਉਹ ਕਿਸਾਨਾਂ ਵਾਸਤੇ ਨਹੀਂ ਨਾਰਾ ਮਾਰ ਰਿਹਾ। ਉਹ ਨਾਰਾ ਇਸ ਗੱਲ ਦਾ ਮਾਰ ਰਿਹਾ ਵੀ ਕਿਤੇ ਸਾਡੇ ਕੋਲੋਂ ਜ਼ਮੀਨ ਨਾ ਖਿਸਕ ਜਾਏ। ਸੋ ਦੇਅਰ ਇੰਟਰਸਟ ਇਜ਼ ਨਾਟ ਦੀ ਫਾਰਮ, ਦੇਅਰ ਇੰਟਰਸਟ ਇਜ਼ ਦੇਅਰ ਓਨ ਚੇਅਰ। ਫਿਰ ਸੁਖਬੀਰ ਨੇ NDA ਛੱਡਤੀ। ਉਹਦੇ ਬਾਅਦ ਉਹਨੇ ਦੇਖਿਆ ਵੀ ਹੁਣ ਮੈਨੂੰ ਮੰਨ ਲੈਣਗੇ, ਮੈਂ ਕੁਰਬਾਨੀ ਕੀਤੀ ਹੈ। ਨਹੀਂ ਮੰਨਿਆ ਲੋਕਾਂ ਨੇ। ਚਲ ਸਰ, ਮੈਂ ਫਿਰ ਵਿੱਚ ਟੋਕ ਰਿਹਾ। ਗੱਲ ਉੱਥੇ ਹੀ ਆਉਂਦੀ ਹੈ ਵੀ ਇੱਕ ਪਾਸੇ ਸਾਰੇ ਕਿਸਾਨ 26-27 ਤਰੀਕ ਨੂੰ ਦਿੱਲੀ ਜਾਣ ਨੂੰ ਤਿਆਰ ਬੈਠੇ ਆ, ਦਿੱਲੀ ਜਾਣ ਦੀਆਂ ਤਿਆਰੀਆਂ ਕਰ ਰਹੇ ਆ। ਬਾਰਡਰ ਸੀਲ ਕੀਤਾ ਜਾ ਰਿਹਾ ਵੀ ਕਿਸੇ ਤਰ੍ਹਾਂ ਕਿਸਾਨ ਪੰਜਾਬ 'ਚੋਂ ਬਾਹਰ ਨਾ ਨਿਕਲੇ, ਦਿੱਲੀ ਤੱਕ ਨਾ ਪਹੁੰਚੇ। ਦੂਜੇ ਪਾਸੇ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ BJP ਨੂੰ ਛੱਡ ਕੇ ਉਹਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ। ਕਿਉਂ ਨਹੀਂ ਸਰ BJP ਇਹਨਾਂ ਨਾਲ, ਕਿਸਾਨਾਂ ਨਾਲ ਗੱਲਬਾਤ ਕਰਦੀ? ਕਿਉਂ ਨਹੀਂ ਇਸ ਚੀਜ਼ ਨੂੰ ਦੂਰ ਕੀਤਾ ਜਾ ਰਿਹਾ? ਕਿਉਂਕਿ ਆਉਣ ਵਾਲੇ ਟਾਈਮ 'ਤੇ 26-27 ਤਰੀਕ ਨੂੰ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੋਣੀ ਆ। ਕਿਸੇ ਨੂੰ ਕੋਈ ਫਰਕ ਨਹੀਂ ਪੈਣਾ, ਲੋਕਾਂ ਦੀ ਦਿੱਕਤ ਦਾ ਸਾਹਮਣਾ ਕਰਨਾ ਪੈਣਾ। ਇਹ ਪ੍ਰਸ਼ਾਸਨ ਜਿਹੜਾ ਹੈ ਨਾ ਸੂਬਿਆਂ ਦਾ, ਇਹ ਸੂਬਿਆਂ ਨੇ, ਪ੍ਰਸ਼ਾਸਨ ਨੇ ਦੇਖਣਾ ਵੀ ਲਾਅ ਐਂਡ ਆਰਡਰ ਨਾ ਕ੍ਰੀਏਟ ਹੋਵੇ। ਅਗਰ ਹਰਿਆਣਾ ਸਰਕਾਰ ਕੋਈ ਕਦਮ ਉਠਾ ਰਹੀ ਹੈ, ਉਹ ਲਾਅ ਐਂਡ ਆਰਡਰ ਪ੍ਰੋਬਲਮ ਤੇ ਬਚਾਉਣ ਵਾਸਤੇ ਕਰ ਰਹੀ ਹੈ। ਕੋਈ ਨੀਤੀ ਦੇ ਤੌਰ ਤੇ ਨਹੀਂ ਹੈ ਵੀ ਕਿਸਾਨਾਂ ਨੂੰ ਪਹੁੰਚ ਨਹੀਂ, ਤਾਂ ਪਹੁੰਚ ਜਾਣ। ਅੱਗੇ ਵੀ ਘਰਾਉਂਦੇ ਰਹੇ, ਕੋਈ ਕਿਸੇ ਨੂੰ ਇਸ ਗੱਲ ਦੀ ਪ੍ਰੋਬਲਮ ਨਹੀਂ ਹੈ। ਪ੍ਰੋਬਲਮ ਇਹ ਵੀ ਜੋ ਤੁਸੀਂ ਅਖੀਰ 'ਚ ਕਿਹਾ ਵੀ ਇਹ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈਗੀ, ਲੋਕਾਂ ਨੂੰ ਦਿੱਕਤ ਹੋਏਗੀ। ਉਸ ਨੂੰ ਲਾਅ ਐਂਡ ਆਰਡਰ ਨੂੰ ਕੰਟਰੋਲ ਕਰਨ ਵਾਸਤੇ, ਜਨਤਾ ਦੀ ਪਰੇਸ਼ਾਨੀ ਨੂੰ ਦੂਰ ਕਰਨ ਵਾਸਤੇ ਪ੍ਰਸ਼ਾਸਨ ਆਪਣੇ ਕਦਮ ਲੈਂਦਾ। ਸੋ ਜੋ ਵੀ ਕਦਮ ਉਠਾਉਣਗੇ ਇਸ ਵਾਸਤੇ ਉਠਾਉਣਗੇ। ਇਸ ਕਰਕੇ ਨਹੀਂ ਵੀ ਅਸੀਂ ਕਿਸਾਨਾਂ ਦੇ ਵਿਰੋਧੀ ਹਾਂ, ਕਿਸਾਨਾਂ ਦੇ ਬਿਲਕੁਲ ਵਿਰੋਧੀ। ਜਿਹੜੀ ਤੁਸੀਂ ਗੱਲਬਾਤ ਦੀ ਗੱਲ ਕੀਤੀ ਹੈ, ਗੱਲਬਾਤ ਦੀ ਆਖਰ ਪੰਜਾਬ BJP ਦੇ ਲੋਕਾਂ ਨੇ ਹੀ ਕਰਵਾਈ। ਜਿਹੜੀ ਮੀਟਿੰਗ ਹੋਈ ਸੀ, ਜਿਹੜੀ ਮੀਟਿੰਗ ਹੋਈ, ਸੁਰਜੀਤ ਜਾਨੀ ਉਹਨਾਂ ਨੇ ਪੂਰੀ ਗੱਲਬਾਤ ਕੀਤੀ। ਉਹ ਪਹਿਲੇ ਰਾਜਨਾਥ ਸਿੰਘ ਜੀ ਨੂੰ ਮਿਲ ਕੇ ਆਏ, ਪਿਊਸ਼ ਗੋਇਲ ਜੀ ਨੂੰ ਮਿਲ ਕੇ ਆਏ, ਤੋਮਰ ਸਾਹਿਬ ਨੂੰ ਮਿਲ ਕੇ ਆਏ, ਫਿਰ ਡੇਟ ਫਿਕਸ ਹੋਈ। ਫਿਰ ਉੱਥੇ ਗਏ 13 ਤਰੀਕ ਨੂੰ, ਗੱਲਬਾਤ ਉਹਨਾਂ ਨੇ ਹੀ ਕਰਵਾਈ। ਔਰ ਗੱਲਬਾਤ ਬੜੇ ਅੱਛੇ ਮਾਹੌਲ 'ਚ ਹੋਈ।
ਹੁਣ ਵੀ ਅਸੀਂ ਐਕਸਪੈਕਟ ਕਰਦੇ ਵੀ ਆ ਜਾਣ, ਅਸੀਂ ਗੱਲ ਕਰਨ ਨੂੰ ਤਿਆਰ ਹੈ। ਅਸੀਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਭਾਰਤੀ ਜਨਤਾ ਪਾਰਟੀ ਦਾ ਮੇਰਾ ਪ੍ਰਧਾਨ ਮੰਤਰੀ, ਭਾਰਤੀ ਜਨਤਾ ਪਾਰਟੀ ਦਾ ਮੇਰਾ ਕਿਸਾਨਾਂ ਦਾ ਮੰਤਰੀ, ਭਾਰਤੀ ਜਨਤਾ ਪਾਰਟੀ ਦਾ ਮੇਰਾ ਰਾਸ਼ਟਰੀ ਅਧਿਆਕਸ਼, ਮੇਰਾ ਹੋਮ ਮਿਨਿਸਟਰ, ਮੇਰਾ ਡਿਫੈਂਸ ਮਿਨਿਸਟਰ, ਰੇਲ ਮੰਤਰੀ, ਕੋਈ ਵੀ ਗੱਲਬਾਤ ਤੋਂ ਦੂਰ ਨਹੀਂ ਹੈ। ਦੇ ਆਰ ਈਜ਼ੀਲੀ ਅਪਰੋਚੇਬਲ ਪੀਪਲ, ਕੋਈ ਵਜਾ ਕੇ ਉਹਨਾਂ ਨੂੰ ਮਿਲ ਸਕਦਾ। ਸੋ ਗੱਲਬਾਤ ਲਈ ਕੋਈ ਗਰੇਜ਼ ਨਹੀਂ ਉਹਨਾਂ ਵੱਲੋਂ। ਉਹ ਕਹਿੰਦੇ ਆਓ, ਉਹ ਤਾਂ ਕਹਿੰਦੇ ਵੀ ਗੱਲ ਕਰ ਲਓ ਆ ਕੇ। ਫਿਰ ਕਮੀ ਕਿੱਥੇ ਹੈ ਸਰ? ਕਿਸਾਨ ਗੱਲਬਾਤ ਕਰਨਾ ਚਾਹੁੰਦੇ ਆ, ਉਹ ਲਗਾਤਾਰ ਐਜੀਟੇਸ਼ਨ ਕਰ ਰਹੇ ਆ, ਪਿਛਲੇ 2 ਮਹੀਨਿਆਂ ਤੋਂ ਐਜੀਟੇਸ਼ਨ ਚੱਲ ਰਿਹਾ। ਫਿਰ ਕਮੀ ਕਿੱਥੇ ਆ? ਕਿਉਂ ਉੱਥੋਂ ਮੰਤਰੀ ਤਿਆਰ ਹੈ, ਇੱਥੋਂ ਕਿਸਾਨ ਤਿਆਰ ਹੈ, ਫਿਰ ਕਮੀ ਕਿੱਥੇ ਆ? ਕਿਉਂ ਨਹੀਂ ਗੱਲਬਾਤ ਹੋ ਰਹੀ? ਕਿਉਂ ਨਹੀਂ ਗੱਲਬਾਤ ਸਿਰੇ ਚੜ੍ਹ ਰਹੀ? ਗੱਲਬਾਤ ਵਾਸਤੇ ਹੁਣ ਚੱਲਣ, ਕੱਲ੍ਹ ਨੂੰ ਚੱਲਣ, ਪਰਸੋਂ ਚੱਲਣ, ਅਸੀਂ ਜਾਣ ਨੂੰ ਤਿਆਰ ਹੈ। ਸੋ ਗੱਲਬਾਤ ਵਾਸਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਦਰਵਾਜ਼ੇ ਬੰਦ ਨਹੀਂ ਹੈ, ਨਾ ਬੰਦ ਹੋ ਸਕਦਾ, ਕਿਉਂਕਿ ਅਸੀਂ ਤਾਂ ਜਨਤਾ ਚੋਂ ਹੈ। ਅਸੀਂ ਤਾਂ ਫਿਰ ਇਹਨਾਂ ਕੋਲ ਹੀ ਵੋਟਾਂ ਲੈਣ ਜਾਣਾ। ਸੋ ਇਸ ਕਰਕੇ ਵੀ ਆਰ ਨਾਟ ਅਗੇਂਸਟ ਦੀ ਫਾਰਮਰ, ਅਸੀਂ ਕਿਸਾਨਾਂ ਦੇ ਵਿਰੋਧੀ ਨਹੀਂ ਹੈ। ਹਾਂ, ਇਹ ਪਾਰਟੀਆਂ ਆਪਣੀ ਕੁਰਸੀਆਂ ਬਚਾਉਣ ਵਾਸਤੇ ਲੋਕਾਂ ਦੇ ਦਿਮਾਗ 'ਚ ਪਾਉਣਾ ਚਾਹੁੰਦੀਆਂ ਵੀ ਕਿਸਾਨ ਵਿਰੋਧੀ ਹੈ, ਲੇਕਿਨ ਅਲਟੀਮੇਟਲੀ ਉਹਨਾਂ ਨੂੰ ਪਤਾ ਹੈ ਵੀ ਜੋ ਕੁਛ ਸਾਨੂੰ ਮਿਲਣਾ ਇੱਥੋਂ ਹੀ ਮਿਲਣਾ, ਔਰ ਉਹੀ ਦਿੰਦਾ ਜਿਹਨੂੰ ਦੇਣ ਦੀ ਆਦਤ ਹੋਵੇ। ਕਾਂਗਰਸ ਨੇ ਤਾਂ ਕਦੇ ਕੁਝ ਦਿੱਤਾ ਨਹੀਂ। ਐਡਾ ਬੜਾ ਸਲੋਗਨ ਲਾਤਾ ਇੰਦਰਾ ਗਾਂਧੀ ਨੇ, ਵਾਰ ਔਨ ਪਾਵਰਟੀ, ਵਾਰ ਔਨ ਪਾਵਰਟੀ ਦੇ ਉੱਤੇ ਇਲੈਕਸ਼ਨ ਜਿੱਤ ਗਈ। ਇਲੈਕਸ਼ਨ ਜਿੱਤ ਕੇ ਬਾਅਦ 'ਚ ਕਿਆ ਹੋਇਆ? ਕੁਝ ਵੀ ਨਹੀਂ। ਬੈਂਕ ਨੈਸ਼ਨਲਾਈਜ਼ ਕਰਤੇ ਜੀ, ਬਸ ਹੁਣ ਬੈਂਕਾਂ ਦਾ ਸਾਰਾ ਪੈਸਾ ਜਨਤਾ ਨੂੰ ਮਿਲ ਜਾਣਾ, ਕਿਸੇ ਨੂੰ ਕੁਝ ਨਹੀਂ ਮਿਲਿਆ। ਸੋ ਐਮਰਜੈਂਸੀ ਲਾਤੀ ਵੀ ਮੈਂ ਅਨੁਸ਼ਾਸਨ ਕ੍ਰੀਏਟ ਕਰਤਾ ਦੇਸ਼ 'ਚ। ਅਨੁਸ਼ਾਸਨ ਕੀ, ਲੋਕਾਂ ਦੀਆਂ ਨਸਾਂ ਵੱਢਤੀਆਂ। ਈਵਨ ਜਿਹੜੇ ਸੰਨਿਆਸੀ ਦੇ ਉਹਨਾਂ ਦੇ ਵੀ ਫੈਮਿਲੀ ਆਪਰੇਸ਼ਨ ਕਰ ਦਿੱਤੇ। ਸੋ ਇਸ ਤਰ੍ਹਾਂ ਦਾ ਜਿਹੜਾ ਕੰਮ ਥਾ ਉਹ ਸਾਡੀ ਸਰਕਾਰ ਨਹੀਂ ਕਰਦੀ, ਔਰ ਫਿਰ ਸਾਡੀ ਸਰਕਾਰ ਦਾ ਕੋਈ ਵਿਅਕਤੀਗਤ ਇੰਟਰਸਟ ਨਹੀਂ। ਮੈਂ ਤੁਸੀਂ ਤੁਸੀਂ ਕਿਸਾਨਾਂ ਨੂੰ ਸੱਦਾ ਦਿੰਦੇ ਹੋ ਵੀ ਤਾਂ ਕਿ ਉਹ ਆਉਣ ਤੇ ਗੱਲਬਾਤ ਕਰਨ ਟੇਬਲ ਤੇ? ਮੈਂ ਤੁਹਾਡੇ ਥਰੂ ਕਹਿ ਰਿਹਾ ਵੀ ਜਦੋਂ ਮਰਜ਼ੀ ਕਹਿਣਾ ਸੀ ਤਾਂ ਉਹਨਾਂ ਦੀ ਮੀਟਿੰਗ ਫਿਕਸ ਕਰਾ ਦਿੰਦੇ। ਸਾਡਾ ਕੋਈ ਮੰਤਰੀ, ਸਾਡਾ ਕੋਈ ਉੱਥੇ ਦਾ ਬੀਜੇਪੀ ਦਾ ਹੈਡ, ਸੈਂਟਰਲ ਲੀਡਰਸ਼ਿਪ ਦਾ ਕੋਈ ਆਦਮੀ ਕਿਸਾਨਾਂ ਦੇ ਵਿਰੋਧ 'ਚ ਨਹੀਂ ਹੈ, ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਗਰੇਜ਼ ਕਰਨ ਵਾਲਾ ਨਹੀਂ। ਔਰ ਮੈਂ ਫਿਰ ਕਹਿਣਾ ਦੁਬਾਰਾ ਕਿ ਮੇਰੀ ਪਾਰਟੀ ਦਾ ਪੰਜਾਬ ਦਾ ਪ੍ਰਧਾਨ, ਮੈਂ ਔਰ ਹੋਰ ਸਾਡੇ ਜਿਹੜੇ ਕਿਸਾਨਾਂ ਨਾਲ ਡੀਲ ਕਰਨ ਵਾਲੇ ਨੇਤਾ, ਉਹ ਹਰ ਵਕਤ ਤਤਪਰ ਹੈ। ਜਦੋਂ ਮਰਜ਼ੀ ਉਹ ਕਹਿਣ, ਅਸੀਂ ਜਾ ਕੇ ਗੱਲਬਾਤ ਫਿਰ ਕਰਾ ਦਿੰਦੇ। ਸੋ ਗੱਲਬਾਤ ਦਾ ਦਰਵਾਜ਼ਾ ਕਦੇ ਸਰਕਾਰ, ਜਿਹੜੀ ਜਨਤਾ ਦੇ ਹਿੱਤ ਦੀ ਸਰਕਾਰ ਹੈ, ਜਿਹੜੀ ਰੋਕ ਰਾਜ ਨਾਲ ਚੁਣ ਕੇ ਆਉਂਦੀ ਹੈ, ਉਹ ਗੱਲਬਾਤ ਦਾ ਰਸਤਾ ਕਦੇ ਬੰਦ ਨਹੀਂ ਕਰਦੀ। ਉਹ ਕਰਨਾ ਵੀ ਚਾਹੀਦਾ। ਜੇ ਲੋਕਾਂ ਨੂੰ ਜਾਣੇ ਵਿੱਚ ਅਸੀਂ ਗੱਲਬਾਤ ਨਹੀਂ ਕਰਾਂਗੇ, ਬੰਦ ਕਰਕੇ ਬਹਿ ਜਾਵਾਂਗੇ, ਤਾਂ ਲੋਕ ਨਹੀਂ ਆਉਂਦੇ। ਫਿਰ ਲੋਕਾਂ ਦੇ ਪਿੱਛੇ ਅਸੀਂ ਜਾਵਾਂਗੇ, ਲੋਕ ਸਾਨੂੰ ਦੇਖ ਕੇ ਭੱਜ ਜਾਣਗੇ। ਬਿਲਕੁਲ ਠੀਕ ਹੈ। ਸੋ ਇਹ ਸਟੇਜ ਅਸੀਂ ਨਾ ਲਿਆਂਦੀ ਹੈ ਨਾ ਲਿਆਵਾਂਗੇ। ਅਸੀਂ ਤਾਂ ਜਨਤਾ ਦੇ ਇੱਕ ਇੱਕ ਘਰ ਦਾ ਦਰਵਾਜ਼ਾ ਖੜਕਾਉਂਦੇ। ਮੇਰੀ ਪਾਰਟੀ ਦਾ ਤਾਂ ਪ੍ਰਾਇਮਰੀ ਯੂਨਿਟ ਬੂਥ ਹੈ, ਕਈਆਂ ਦਾ ਮੰਡਲ ਹੈ। ਅਸੀਂ ਬੂਥ ਲੈਵਲ ਤੋਂ ਚੱਲਦੇ ਹਾਂ। ਹੁਣ ਮੇਰੇ ਨੈਸ਼ਨਲ ਪ੍ਰੈਜ਼ੀਡੈਂਟ ਨੇ 120 ਦਿਨ ਦਾ ਪ੍ਰੋਗਰਾਮ ਬਣਾਇਆ। ਬਿਲਕੁਲ। ਔਰ ਉਹ ਬੂਥ ਲੈਵਲ ਦੇ ਜਿਹੜੇ ਵਰਕਰ ਹੈ, ਉਹਨਾਂ ਦੀਆਂ ਮੀਟਿੰਗਾਂ ਕਰਕੇ 120 ਦਿਨ ਦੇ ਵਿੱਚ ਸਾਰੇ ਦੇਸ਼ ਦਾ ਉਹਨੇ ਦੌਰਾ ਕਰਨਾ ਔਰ ਵਰਕਰਾਂ ਨੂੰ ਐਕਟੀਵੇਟ ਕਰਨਾ। ਸੋ ਇਸ ਕਰਕੇ ਅਸੀਂ ਤਾਂ ਵਰਕਰਾਂ ਦੀ ਪਾਰਟੀ ਹੈ ਔਰ ਖੁਦ ਵਰਕਰ ਹੈ। ਮੈਂ ਖੁਦ ਮੰਡਲ ਲੈਵਲ ਤੋਂ ਉੱਠ ਕੇ ਉੱਪਰ ਆਇਆ, ਸਟੇਟ ਪ੍ਰਧਾਨ ਤਾਂ ਬਣਿਆ, ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਰਹਿ ਲਿਆ, ਕੰਮ ਕੀਤਾ ਸਾਰੇ। ਸੋ ਇਸ ਕਰਕੇ ਸਾਡੇ ਤਾਂ ਵਾਜਪਾਈ ਸਾਹਿਬ ਨੀਚੇ ਤੋਂ ਚੱਲੇ, ਹੁਣ ਦੂਜਾ ਪ੍ਰਧਾਨ ਮੰਤਰੀ ਸਾਡੇ ਬਣੇ ਹੈ ਮੋਦੀ ਸਾਹਿਬ, ਇਹ ਵੀ ਨੀਚੇ ਜ਼ਮੀਨ ਤੋਂ ਚੱਲੇ ਮੈਂ। ਅਡਵਾਨੀ ਸਾਹਿਬ ਨੀਚੇ ਤੋਂ ਚੱਲੇ ਮੈਂ, ਸਾਈਕਲਾਂ 'ਤੇ ਘੁੰਮਦੇ ਰਹੇ ਦਿੱਲੀ ਸਾਰੇ। ਮੋਦੀ ਸਾਹਿਬ ਖੁਦ ਸਾਈਕਲਾਂ 'ਤੇ ਘੁੰਮਦੇ ਰਹੇ। ਸੋ ਇਸ ਕਰਕੇ ਅਸੀਂ ਜਿਹੜੇ ਸਾਡੇ ਵਰਕਰ ਹੈ, ਜਿਹੜੇ ਲੀਡਰ ਵੀ ਹੈ, ਉਹ ਵੀ ਵਰਕਰ ਪਹਿਲੇ, ਲੀਡਰ ਬਾਅਦ 'ਚ ਹੈ। ਲੀਡਰ ਤਾਂ ਅਸੀਂ ਉਹਨਾਂ ਨੂੰ ਅਨੁਸ਼ਾਸਨ 'ਚ ਮੰਨਦੇ ਹਾਂ। ਮੋਦੀ ਸਾਹਿਬ ਅਗਰ ਸਾਡੇ ਲੀਡਰ ਹੈ, ਅਸੀਂ ਉਹਨਾਂ ਨੂੰ ਅਨੁਸ਼ਾਸਨ 'ਚ ਮੰਨਦੇ ਹਾਂ। ਨੱਡਾ ਸਾਹਿਬ ਬਣ ਗਏ ਪਾਰਟੀ ਦੇ ਪ੍ਰਧਾਨ। ਮੋਦੀ ਸਾਹਿਬ ਦਾ ਲੇਟੈਸਟ ਭਾਸ਼ਣ ਹੈ ਕਿ ਨਹੀਂ, ਸਾਡਾ ਲੀਡਰ ਹੁਣ JP नड्डा है। और उन्होंने कहा नड्डा साहब आप आगे चलो, हम आपके साथ हैं। उन्होंने कहा नड्डा साडा लीडर है। सो इस करके साडी पार्टी च तां लीडर वो है जिन्हों असी अपना लीडर मानते हैं और फिर अनुशासन च रह के ਉਹਦਾ ਨੇਤਰਤਵ ਮੰਨਦਾ। ਸੋ ਇਸ ਕਰਕੇ ਮੈਂ ਕਿਸਾਨਾਂ ਨੂੰ ਤੁਹਾਡੇ ਜ਼ਰੀਏ ਫਿਰ ਇਹੀ ਬੇਨਤੀ ਕਰਦਾ ਕਿ ਐਜੀਟੇਸ਼ਨ ਨਾਲ ਤੁਹਾਡਾ ਮਸਲਾ ਹੱਲ ਨਹੀਂ ਹੋਣਾ। ਜਿਹੜੇ ਲੋਕ ਤੁਹਾਨੂੰ ਸਮਰਥਨ ਦੇਣ ਦੀਆਂ ਗੱਲਾਂ ਕਰਦੇ ਹੈ, ਉਹ ਸਿਰਫ ਆਪਣੀ ਰਾਜਨੀਤਿਕ ਰੋਟੀਆਂ ਸੇਕ ਰਹੇ ਹੈ। ਰਾਜਨੀਤੀ ਚਲਾਉਣ ਵਾਸਤੇ, ਵੋਟ ਬੈਂਕ ਕ੍ਰੀਏਟ ਕਰਨ ਵਾਸਤੇ ਉਹ ਗੱਲ ਕਰ ਰਹੇ ਹੈ, ਉਹ ਤੁਹਾਨੂੰ ਉਕਸਾ ਰਹੇ ਹੈ
ਗਲਤ ਰਸਤੇ ਚਲਾ ਰਿਹਾ। ਭਾਰਤੀ ਜਨਤਾ ਪਾਰਟੀ ਤੁਹਾਡੇ ਨਾਲ ਗੱਲਬਾਤ ਕਰਕੇ, ਸਾਡੇ ਮੰਤਰੀ ਤੁਹਾਡੀ ਗੱਲ ਸੁਣ ਕੇ ਔਰ ਪੰਜਾਬ ਦੇ ਔਰ ਦੇਸ਼ ਦੇ ਹਿੱਤ ਵਿੱਚ ਜੋ ਵੀ ਚੀਜ਼ ਹੋ ਸਕਦੀ ਹੈ ਉਹ ਕਰਨ ਵਾਸਤੇ ਤਿਆਰ ਹੈ। ਸੋ ਇਸ ਕਰਕੇ ਉਹਨਾਂ ਨੂੰ ਐਜੀਟੇਸ਼ਨ ਕਰਨ ਦੀ ਬਜਾਏ ਅੱਜ 26-27 ਦਾ ਐਜੀਟੇਸ਼ਨ ਹਾਲੇ ਵੀ ਕੁਝ ਨਹੀਂ ਵਿਗੜਿਆ। ਅੱਜ 23 ਤਰੀਕ ਹੈ ਤੇ ਹਾਲੇ 4 ਦਿਨ ਪਏ ਹੈ, ਉਹ ਛੱਡ ਕੇ ਗੱਲਬਾਤ ਕਰਨ ਵਾਸਤੇ ਹਾਂ ਕਰਨ, ਅਸੀਂ ਉਦੋਂ ਨੇ ਫਿਕਸ ਕਰਾ ਦਿੰਦੇ ਹਾਂ। ਸੋ ਇਹੀ ਪੰਜਾਬ ਦੇ ਵਿੱਚ ਹੈ, ਇਹੀ ਦੇਸ਼ ਦੇ ਵਿੱਚ ਹੈ, ਇਹੀ ਕਿਸਾਨ ਦੇ ਵਿੱਚ ਹੈ। ਔਰ ਜਿਸ ਮੋਦੀ ਸਾਹਿਬ ਨੇ, ਦੇਖੋ ਤੁਸੀਂ ਵੀ ਹਿੰਦੁਸਤਾਨ ਦੇ ਸੈਨਿਕ ਨੂੰ ਕਿੱਥੇ ਪਹੁੰਚਾਤਾ, ਚਾਈਨਾ ਨੂੰ ਟਿਕਾਣੇ ਲਾਤਾ, ਪਾਕਿਸਤਾਨ ਟਿਕਾਣੇ ਲਾਤਾ ਔਰ ਦੁਨੀਆ ਦੇ ਵਿੱਚ ਆਪਣੀ ਵਾਇਸ ਜਿਹੜੀ ਆਪਣੀ ਆਵਾਜ਼ ਦੀ ਕਿੰਨੇ ਮੁੱਲ ਵਧਾਤਾ। ਅੱਜ ਹਿੰਦੁਸਤਾਨੀ ਦੁਨੀਆ ਦੇ ਕਿਸੇ ਕਿਨਾਰੇ ਤੇ ਕਿਸੇ ਕੋਨੇ ਤੇ ਜਾ ਕੇ ਬੜੀ ਸ਼ਾਨ ਨਾਲ ਖੜਾ ਹੁੰਦਾ ਔਰ ਉਹ ਕਹਿੰਦਾ ਇਹ ਮੋਦੀ ਕੇ ਦੇਸ਼ ਦਾ ਹੈ। ਸੋ ਉਹ ਪੋਜੀਸ਼ਨ ਜਿਹੜੀ ਮੋਦੀ ਸਾਹਿਬ ਨੇ ਗ੍ਰਹਿਣ ਆਪਣੇ ਵਾਸਤੇ ਨਹੀਂ ਕੀਤੀ, ਹਿੰਦੁਸਤਾਨ ਵਾਸਤੇ ਕੀਤੀ। ਉਹ ਕਹਿੰਦੇ ਵੀ ਮੈਂ ਤਾਂ 135 ਕਰੋੜ ਲੋਕਾਂ ਦੇ ਦਾ ਪ੍ਰਤੀਨਿਧੀ ਹਾਂ, ਇਹ ਜੋ ਕੁਝ ਮੈਂ ਕਰ ਰਿਹਾ 135 ਕਰੋੜ ਲੋਕਾਂ ਵਾਸਤੇ ਕਰ ਰਿਹਾ, ਆਪਣੇ ਵਾਸਤੇ ਨਹੀਂ। ਔਰ ਇਸ ਕਰਕੇ ਉਹਦਾ ਕੋਈ, ਤੁਸੀਂ ਦੇਖੋ ਵੀ ਸਾਡੀ ਸਰਕਾਰ 6 ਸਾਲ ਤੇ ਚੱਲ ਰਹੀ ਹੈ, ਕੋਈ ਦੋਸ਼ ਹੈ ਕਿਸੇ ਪਰ? ਕਿੰਨੀ ਬੜੀ ਉਪਲਬਧੀ ਹੈ, ਲੋਕਾਂ ਨੂੰ ਅੱਗੇ ਨਾਲੋਂ ਵਿਕਾਸ बढ़िया ਔਰ ਵਿਕਾਸ ਹੋਣ ਦੇ ਨਾਲ ਲੋਕ ਖੁਸ਼ ਹੈ। 30 ਨਵੰਬਰ ਤੱਕ, ਹਾਲੇ 30 ਨਵੰਬਰ ਨੂੰ ਹਫਤਾ ਰਹਿੰਦਾ, 30 ਨਵੰਬਰ ਤੱਕ ਦਾ ਰਾਸ਼ਨ ਮੋਦੀ ਸਾਹਿਬ ਨੇ ਲਾਕਡਾਊਨ ਹੋਣ ਕਰਕੇ ਵੀ ਲੋਕਾਂ ਨੂੰ ਰੋਟੀ ਦੀ ਤਕਲੀਫ ਨਾ ਹੋਵੇ ਲੋਕਾਂ ਦੇ ਘਰ ਪਹੁੰਚਾਤਾ। ਸੋ ਇਸ ਕਰਕੇ ਮੈਂ ਫਿਰ ਵੀ ਇਹੀ ਬੇਨਤੀ ਕਰੂੰਗਾ ਵੀ ਕਿਸਾਨ ਠੰਡੇ ਦਿਲ ਨਾਲ ਸੋਚਣ, ਇਹਨਾਂ ਦੀਆਂ ਗੱਲਾਂ 'ਚ ਨਾ ਆਉਣ ਜਿਹੜੇ ਲੀਡਰ ਉਹਨਾਂ ਚੱਕ ਰਹੇ ਆ, ਔਰ ਆਰਾਮ ਨਾਲ ਬਹਿ ਕੇ ਗੱਲ ਕਰਨ ਦਾ ਦਰਵਾਜ਼ਾ ਖੋਲ੍ਹਣ। ਔਰ ਦਰਵਾਜ਼ਾ ਖੋਲੋਗੇ ਤਾਂ ਉੱਥੇ ਉਹਨਾਂ ਨੂੰ ਤੋਮਰ ਸਾਹਿਬ ਵੀ ਬੈਠੇ ਮਿਲਣਗੇ, ਪਿਊਸ਼ ਗੋਇਲ ਵੀ बैठे मिलेंगे और होर भी किसी नेता की हाजिरी की लोड़ भी उत्थे हाजिर होगा। चलो ठीक है, थैंक यू। ये थे बीजेपी के बड़े सीनियर लीडर मदन मोहन मित्तल जी, जिन्हों ने अज एक बहुत वड्डी गल की है। उन्होंने कहा किसानों लई कोई दरवाजा बंद नहीं होया, अज भी वो तैयार है। यदि अज किसान कह देंगे भी वो सेंटर मिनिस्टर नाल मीटिंग करना चाहते हैं तो अज भी कहते कि ਜਿਹੜੇ सेंटर मिनिस्टर है अवेलेबल है और पंजाब के लीडर मध्यस्थ करन लई उन्हां दे मिडलमैन बनन लई तैयार है। अज भी वो नाल चलण नूं तैयार है। तो उन्होंने कहा भी 26-27 तरीक नूं हाले भी 3 दिन पे आ और गलबात नाल ही इस मसले का हल निकलना है। और इस करके किसान यदि अज भी दिल्ली चलण नूं तैयार है तो अज भी केंद्रीय मंत्रियों नाल उन्हां दी मीटिंग फिक्स हो सकती है। और ये काम पंजाब की जिहड़ी लीडरशिप है बीजेपी की वो करन नूं तैयार है। ये बहुत वड्डी गल है। मैं दिनेश गोयल, कैमरामैन प्रवीण पांडे दे नाल, दैनिक सवेरा टीवी ਲਈ ਚੰਡੀਗੜ੍ਹ ਤੋਂ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।